ਵੈਲਕਮ ਪੰਜਾਬੀ shorthand.com ਵੀ ਰੈਡੀ ਸਟਾਰਟ। ਦੇਸ਼ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਗੁਆਂਢੀ ਮੁਲਕ ਚੀਨ ਦੀ ਚਰਚਾ ਬਣੀ ਰਹਿੰਦੀ ਹੈ। ਡੈਂਡੀ ਪਿਛਲੇ ਸਮੇਂ ਵਿੱਚ ਇਸ ਸੰਬੰਧੀ 3 ਅਜਿਹੀਆਂ ਗੱਲਾਂ ਉੱਭਰ ਕੇ ਸਾਹਮਣੇ ਆਈਆਂ ਹਨ ਜੋ ਪੂਰੀ ਗੰਭੀਰਤਾ ਨਾਲ ਦੇਸ਼ ਦਾ ਧਿਆਨ ਮੰਗਦੀਆਂ ਹਨ। ਡੈਂਡੀ ਚੀਨ ਨੇ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਸਰਕਾਰ ਹੁੰਦਿਆਂ ਸਾਲ 1962 ਵਿੱਚ ਭਾਰਤ 'ਤੇ ਹਮਲਾ ਕੀਤਾ ਸੀ। ਡੈਂਡੀ ਇਸ ਦੇ ਵੱਡੇ ਇਲਾਕੇ 'ਤੇ ਧੱਕੇ ਨਾਲ ਕਬਜ਼ਾ ਜਮਾ ਲਿਆ ਸੀ। ਡੈਂਡੀ ਅੱਜ ਵੀ ਇਹ ਇਲਾਕਾ ਚੀਨ ਦੇ ਕਬਜ਼ੇ ਵਿੱਚ ਹੈ। ਡੈਂਡੀ 60 ਸਾਲ ਹੋਣ ਲੱਗੇ ਹਨ, ਪਰ ਦੋਵਾਂ ਦੇਸ਼ਾਂ ਦੇ ਸੰਬੰਧ ਕਦੀ ਵੀ ਆਮ ਵਰਗੇ ਨਹੀਂ ਰਹੇ। ਚਾਹੇ ਵੱਡੇ ਸਿਆਸਤਦਾਨਾਂ ਤੋਂ ਲੈ ਕੇ ਵਪਾਰ ਤੱਕ ਦੋਵਾਂ ਦੇਸ਼ਾਂ ਦਾ ਆਪਸ ਵਿੱਚ ਆਦਾਨ ਪ੍ਰਦਾਨ ਚੱਲਦਾ ਰਿਹਾ ਹੈ। ਡੈਂਡੀ ਚਾਹੇ ਅੱਜ ਦੋਵਾਂ ਦੇਸ਼ਾਂ ਦੇ ਸੰਬੰਧ ਬਹੁਤ ਵਿਗੜੇ ਦਿਖਾਈ ਦਿੰਦੇ ਹਨ, ਪਰ ਇਸ ਦੇ ਬਾਵਜੂਦ ਵਪਾਰਕ ਆਦਾਨ ਪ੍ਰਦਾਨ ਵਿੱਚ ਇਹ ਪਿੱਛੇ ਨਹੀਂ ਰਹੇ। ਡੈਂਡੀ ਪੈਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਪਹਿਲੀ ਪਾਰੀ ਵਿੱਚ ਭਾਰਤ ਵਿੱਚ ਸਵਦੇਸ਼ੀ ਨਿਰਮਾਣ 'ਤੇ ਜ਼ੋਰ ਦਿੱਤਾ ਸੀ। ਡੈਂਡੀ ਇਸ ਸੰਬੰਧੀ ਅਨੇਕਾਂ ਯੋਜਨਾਵਾਂ ਵੀ ਬਣਾਈਆਂ ਹਨ। ਡੈਂਡੀ ਇਸ ਖੇਤਰ ਵਿੱਚ ਕਾਫੀ ਸਫਲਤਾ ਵੀ ਹਾਸਲ ਕੀਤੀ ਹੈ, ਪਰ ਹਾਲੇ ਤੱਕ ਬਹੁਤ ਕੁਝ ਕਰਨਾ ਬਾਕੀ ਹੈ। ਡੈਂਡੀ ਇਸ ਪਿਛੋਕੜ ਵਿੱਚ ਇਸ ਵਰ੍ਹੇ ਅਕਤੂਬਰ ਤੱਕ ਦੋਵਾਂ ਦੇਸ਼ਾਂ ਦਾ ਆਪਸੀ ਵਪਾਰ $100 ਅਰਬ ਤੋਂ ਵਧੇਰੇ ਦਾ ਹੋਇਆ ਹੈ। ਡੈਂਡੀ ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਸਾਲ ਇਸੇ ਮਿਆਦ ਦੀ ਤੁਲਨਾ ਵਿੱਚ ਇਹ 22% ਤੋਂ ਵੀ ਵੱਧ ਗਿਆ ਅਤੇ ਇਹ ਵੀ ਕਿ ਭਾਰਤ ਨੇ ਇਸ ਵਪਾਰਕ ਆਦਾਨ ਪ੍ਰਦਾਨ ਵਿੱਚ ਚੀਨ ਕੋਲੋਂ 3 ਗੁਣਾ ਤੋਂ ਵੀ ਵਧੇਰੇ ਮਾਲ ਖਰੀਦਿਆ ਹੈ। ਡੈਂਡੀ ਇਸ ਨੇ ਚੀਨ ਤੋਂ $78 ਅਰਬ ਦੇ ਲਗਭਗ ਮਾਲ ਖਰੀਦਿਆ ਹੈ ਅਤੇ ਭਾਰਤ ਨੇ ਚੀਨ ਨੂੰ $24 ਅਰਬ ਦੇ ਲਗਭਗ ਮਾਲ ਵੇਚਿਆ ਹੈ। ਡੈਂਡੀ ਆਉਂਦੇ ਸਮੇਂ ਵਿੱਚ ਭਾਰਤ ਇਸ ਮੁਕਾਬਲੇ ਵਿੱਚ ਉਤਰ ਸਕੇਗਾ। ਹਾਲੇ ਇਸ ਬਾਰੇ ਵੱਡੇ ਸ਼ੰਕੇ ਦੀ ਗੁੰਜਾਇਸ਼ ਹੈ। ਡੈਂਡੀ ਕਿਉਂਕਿ ਅੰਦਾਜ਼ਾ ਇਹ ਲਗਾਇਆ ਜਾ ਰਿਹਾ ਹੈ ਕਿ ਸਾਲ 2030 ਤੱਕ ਚੀਨ ਦੁਨੀਆ ਦੀ ਨੰਬਰ 1 ਆਰਥਿਕ ਸ਼ਕਤੀ ਬਣ ਜਾਵੇਗਾ ਅਤੇ ਭਾਰਤ ਨੂੰ ਤੀਜੇ ਦਰਜੇ 'ਤੇ ਪੁੱਜਣ ਲਈ ਸਾਲ 2050 ਤੱਕ ਦੀ ਉਡੀਕ ਕਰਨੀ ਪਵੇਗੀ। ਡੈਂਡੀ ਦੂਜੀ ਵਿਸ਼ੇਸ਼ ਗੱਲ ਸਰਹੱਦਾਂ 'ਤੇ ਹਾਲੇ ਤੱਕ ਸਖਤ ਟਕਰਾਅ ਬਣੇ ਰਹਿਣ ਦੀਆਂ ਖਬਰਾਂ ਮਿਲ ਰਹੀਆਂ ਹਨ। ਡੈਂਡੀ ਪੂਰਬੀ ਲੱਦਾਖ ਵਿੱਚ ਦੋਵਾਂ
ਦੇਸ਼ਾਂ ਨੇ ਆਪਣੀਆਂ ਫੌਜਾਂ ਦੀ ਗਿਣਤੀ ਵਧਾ ਦਿੱਤੀ ਹੈ। ਸਟੋਪ। ਵੈਲਕਮ ਪੰਜਾਬੀ shorthand.com ਵੀ ਰੈਡੀ ਸਟਾਰਟ। ਦੇਸ਼ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਗੁਆਂਢੀ ਮੁਲਕ ਚੀਨ ਦੀ ਚਰਚਾ ਬਣੀ ਰਹਿੰਦੀ ਹੈ। ਡੰਡੀ ਪਿਛਲੇ ਸਮੇਂ ਵਿੱਚ ਇਸ ਸੰਬੰਧੀ 3 ਅਜਿਹੀਆਂ ਗੱਲਾਂ ਉੱਭਰ ਕੇ ਸਾਹਮਣੇ ਆਈਆਂ ਹਨ ਜੋ ਪੂਰੀ ਗੰਭੀਰਤਾ ਨਾਲ ਦੇਸ਼ ਦਾ ਧਿਆਨ ਮੰਗਦੀਆਂ ਹਨ। ਡੰਡੀ ਚੀਨ ਨੇ ਸਾਬਕਾ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀ ਸਰਕਾਰ ਹੁੰਦਿਆਂ ਸਾਲ 1962 ਵਿੱਚ ਭਾਰਤ ਤੇ ਹਮਲਾ ਕੀਤਾ ਸੀ। ਡੰਡੀ ਇਸ ਦੇ ਵੱਡੇ ਇਲਾਕੇ ਤੇ ਧੱਕੇ ਨਾਲ ਕਬਜ਼ਾ ਜਮਾ ਲਿਆ ਸੀ। ਡੰਡੀ ਅੱਜ ਵੀ ਇਹ ਇਲਾਕਾ ਚੀਨ ਦੇ ਕਬਜ਼ੇ ਵਿੱਚ ਹੈ। ਡੰਡੀ 60 ਸਾਲ ਹੋਣ ਲੱਗੇ ਹਨ ਪਰ ਦੋਵਾਂ ਦੇਸ਼ਾਂ ਦੇ ਸਬੰਧ ਕਦੀ ਵੀ ਆਮ ਵਰਗੇ ਨਹੀਂ ਰਹੇ। ਡੰਡੀ ਚਾਹੇ ਵੱਡੇ ਸਿਆਸਤਦਾਨਾਂ ਤੋਂ ਲੈ ਕੇ ਵਪਾਰ ਤੱਕ ਦੋਵਾਂ ਦੇਸ਼ਾਂ ਦਾ ਆਪਸ ਵਿੱਚ ਆਦਾਨ ਪ੍ਰਦਾਨ ਚੱਲਦਾ ਰਿਹਾ ਹੈ। ਡੰਡੀ ਚਾਹੇ ਅੱਜ ਦੋਵਾਂ ਦੇਸ਼ਾਂ ਦੇ ਸਬੰਧ ਬਹੁਤ ਵਿਗੜੇ ਦਿਖਾਈ ਦਿੰਦੇ ਹਨ ਪਰ ਇਸ ਦੇ ਬਾਵਜੂਦ ਵਪਾਰਕ ਆਦਾਨ ਪ੍ਰਦਾਨ ਵਿੱਚ ਇਹ ਪਿੱਛੇ ਨਹੀਂ ਰਹੇ। ਡੰਡੀ ਪੈਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਪਹਿਲੀ ਪਾਰੀ ਵਿੱਚ ਭਾਰਤ ਵਿੱਚ ਸਵਦੇਸ਼ੀ ਨਿਰਮਾਣ ਤੇ ਜ਼ੋਰ ਦਿੱਤਾ ਸੀ। ਡੰਡੀ ਇਸ ਸੰਬੰਧੀ ਅਨੇਕਾਂ ਯੋਜਨਾਵਾਂ ਵੀ ਬਣਾਈਆਂ ਹਨ। ਡੰਡੀ ਇਸ ਖੇਤਰ ਵਿੱਚ ਕਾਫੀ ਸਫਲਤਾ ਵੀ ਹਾਸਲ ਕੀਤੀ ਹੈ ਪਰ ਹਾਲੇ ਤੱਕ ਬਹੁਤ ਕੁਝ ਕਰਨਾ ਬਾਕੀ ਹੈ। ਡੰਡੀ ਇਸ ਪਿਛੋਕੜ ਵਿੱਚ ਇਸ ਵਰ੍ਹੇ ਅਕਤੂਬਰ ਤੱਕ ਦੋਵਾਂ ਦੇਸ਼ਾਂ ਦਾ ਆਪਸੀ ਵਪਾਰ 100 ਅਰਬ ਡਾਲਰ ਤੋਂ ਵਧੇਰੇ ਦਾ ਹੋਇਆ ਹੈ। ਡੰਡੀ ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਸਾਲ ਇਸੇ ਮਿਆਦ ਦੀ ਤੁਲਨਾ ਵਿੱਚ ਇਹ 22% ਤੋਂ ਵੀ ਵੱਧ ਗਿਆ ਅਤੇ ਇਹ ਵੀ ਕਿ ਭਾਰਤ ਨੇ ਇਸ ਵਪਾਰਕ ਆਦਾਨ ਪ੍ਰਦਾਨ ਵਿੱਚ ਚੀਨ ਕੋਲੋਂ 3 ਗੁਣਾ ਤੋਂ ਵੀ ਵਧੇਰੇ ਮਾਲ ਖਰੀਦਿਆ ਹੈ। ਡੰਡੀ ਇਸ ਨੇ ਚੀਨ ਤੋਂ 78 ਅਰਬ ਡਾਲਰ ਦੇ ਲਗਭਗ ਮਾਲ ਖਰੀਦਿਆ ਹੈ ਅਤੇ ਭਾਰਤ ਨੇ ਚੀਨ ਨੂੰ 24 ਅਰਬ ਡਾਲਰ ਦੀ ਲਗਭਗ ਮਾਲ ਵੇਚਿਆ ਹੈ। ਡੰਡੀ ਆਉਂਦੇ ਸਮੇਂ ਵਿੱਚ ਭਾਰਤ ਇਸ ਮੁਕਾਬਲੇ ਵਿੱਚ ਉਤਰ ਸਕੇਗਾ। ਹਾਲੇ ਇਸ ਬਾਰੇ ਵੱਡੇ ਸ਼ੱਕ ਦੀ ਗੁੰਜਾਇਸ਼ ਹੈ ਕਿਉਂਕਿ ਅੰਦਾਜ਼ਾ ਇਹ ਲਗਾਇਆ ਜਾ ਰਿਹਾ ਹੈ ਕਿ ਸਾਲ 2030 ਤੱਕ ਚੀਨ ਦੁਨੀਆ ਦੀ ਨੰਬਰ 1 ਆਰਥਿਕ ਸ਼ਕਤੀ ਬਣ ਜਾਵੇਗਾ ਅਤੇ ਭਾਰਤ ਨੂੰ ਤੀਜੇ ਦਰਜੇ ਤੇ ਪੁੱਜਣ ਲਈ ਸਾਲ 2050 ਤੱਕ ਦੀ ਉਡੀਕ ਕਰਨੀ ਪਵੇਗੀ। ਡੰਡੀ ਦੂਜੀ ਵਿਸ਼ੇਸ਼ ਗੱਲ ਸਰਹੱਦਾਂ ਨੇ ਹਾਲੇ ਤੱਕ ਸਖਤ ਟਕਰਾਅ ਬਣੇ ਰਹਿਣ ਦੀਆਂ ਖਬਰਾਂ ਮਿਲ ਰਹੀਆਂ ਹਨ। ਡੰਡੀ ਪੂਰਬੀ ਲੱਦਾਖ ਵਿੱਚ ਦੋਵਾਂ ਦੇਸ਼ਾਂ ਨੇ ਆਪਣੀਆਂ ਫੌਜਾਂ ਦੀ ਗਿਣਤੀ ਵਧਾ ਦਿੱਤੀ ਹੈ ਅਤੇ ਵੱਡੀ ਮਾਤਰਾ ਵਿੱਚ ਉੱਥੇ ਹਥਿਆਰ ਪਹੁੰਚਾ ਦਿੱਤੇ ਹਨ। ਡੰਡੀ 18 ਮਹੀਨੇ ਪਹਿਲਾਂ ਗਲਵਾਨ ਘਾਟੀ ਵਿੱਚ ਦੋਵਾਂ ਦੇਸ਼ਾਂ ਦੇ ਫੌਜੀ ਭਿੜੇ ਸਨ। ਡੰਡੀ ਹਥਿਆਰਾਂ ਤੋਂ ਬਗੈਰ ਇਸ ਲੜਾਈ ਵਿੱਚ 20 ਭਾਰਤੀ ਫੌਜੀ ਸ਼ਹੀਦ ਹੋ ਗਏ ਸਨ। ਡੰਡੀ ਇਸ ਤਣਾਅ ਨੂੰ ਘਟਾਉਣ ਲਈ ਹੁਣ ਤੱਕ ਫੌਜੀ ਪੱਧਰ ਦੀਆਂ 13 ਮੀਟਿੰਗਾਂ ਹੋ ਚੁੱਕੀਆਂ ਹਨ ਪਰ ਉਨ੍ਹਾਂ ਚੋਂ ਨਤੀਜਾ ਕੁਝ ਨਹੀਂ ਨਿਕਲਿਆ। ਡੰਡੀ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ ਛੇਤੀ ਇਸ ਮਸਲੇ ਦੇ ਹੱਲ ਹੋਣ ਦੀ ਆਸ ਦਿਖਾਈ ਨਹੀਂ ਦਿੰਦੀ। ਡੰਡੀ ਚੀਨ ਵੱਲੋਂ ਇੱਥੇ ਕੀਤੇ ਜਾ ਰਹੇ ਫੌਜੀ ਜਮਾਵੜੇ ਦੇ ਪ੍ਰਤੀਕਰਮ ਵਜੋਂ ਭਾਰਤ ਦਾ ਵੀ ਉਸੇ ਤਰ੍ਹਾਂ ਦਾ ਪ੍ਰਤੀਕਰਮ ਸਾਹਮਣੇ ਆ ਰਿਹਾ ਹੈ। ਡੰਡੀ ਇੱਕ ਪਾਸੇ ਵਪਾਰ ਵਿੱਚ ਵਾਧਾ ਅਤੇ ਦੂਜੇ ਪਾਸੇ ਸਰਹੱਦਾਂ ਤੇ ਫੌਜਾਂ ਵਿੱਚ
ਵਾਧੇ ਦੀ ਸਮਝ ਆਉਣੀ ਮੁਸ਼ਕਿਲ ਜਾਪਦੀ ਹੈ ਡੰਡੀ। ਤੀਸਰੀ ਵੱਡੀ ਗੱਲ ਚੀਨ ਦੇ ਜਨਰਲ ਸਕੱਤਰ ਵੈਲਕਮ ਪੰਜਾਬੀ shorthand.com ਬੀ ਰੈਡੀ ਸਟਾਰਟ। ਦੇਸ਼ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਗੁਆਂਢੀ ਮੁਲਕ ਚੀਨ ਦੀ ਚਰਚਾ ਬਣੀ ਰਹਿੰਦੀ ਹੈ ਡੰਡੀ। ਪਿਛਲੇ ਸਮੇਂ ਵਿੱਚ ਇਸ ਸੰਬੰਧੀ 3 ਅਜਿਹੀਆਂ ਗੱਲਾਂ ਉੱਭਰ ਕੇ ਸਾਹਮਣੇ ਆਈਆਂ ਹਨ ਜੋ ਪੂਰੀ ਗੰਭੀਰਤਾ ਨਾਲ ਦੇਸ਼ ਦਾ ਧਿਆਨ ਮੰਗਦੀਆਂ ਹਨ ਡੰਡੀ। ਚੀਨ ਨੇ ਸਾਬਕਾ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀ ਸਰਕਾਰ ਹੁੰਦਿਆਂ ਸਾਲ 1962 ਵਿੱਚ ਭਾਰਤ ਤੇ ਹਮਲਾ ਕੀਤਾ ਸੀ ਡੰਡੀ। ਇਸ ਦੇ ਵੱਡੇ ਇਲਾਕੇ ਤੇ ਧੱਕੇ ਨਾਲ ਕਬਜ਼ਾ ਜਮਾ ਲਿਆ ਸੀ ਡੰਡੀ। ਅੱਜ ਵੀ ਇਹੀ ਇਲਾਕਾ ਚੀਨ ਦੇ ਕਬਜ਼ੇ ਵਿੱਚ ਹੈ ਡੰਡੀ। 60 ਸਾਲ ਹੋਣ ਲੱਗੇ ਹਨ ਪਰ ਦੋਵਾਂ ਦੇਸ਼ਾਂ ਦੇ ਸਬੰਧ ਕਦੀ ਵੀ ਆਮ ਵਰਗੇ ਨਹੀਂ ਰਹੇ। ਚਾਹੇ ਵੱਡੇ ਸਿਆਸਤਦਾਨਾਂ ਤੋਂ ਲੈ ਕੇ ਵਪਾਰ ਤੱਕ ਦੋਵਾਂ ਦੇਸ਼ਾਂ ਦਾ ਆਪਸ ਵਿੱਚ ਆਦਾਨ ਪ੍ਰਦਾਨ ਚੱਲਦਾ ਰਿਹਾ ਹੈ ਡੰਡੀ। ਚਾਹੇ ਅੱਜ ਦੋਵਾਂ ਦੇਸ਼ਾਂ ਦੇ ਸਬੰਧ ਬਹੁਤ ਵਿਗੜੇ ਦਿਖਾਈ ਦਿੰਦੇ ਹਨ ਪਰ ਇਸ ਦੇ ਬਾਵਜੂਦ ਵਪਾਰਕ ਆਦਾਨ ਪ੍ਰਦਾਨ ਵਿੱਚ ਇਹ ਪਿੱਛੇ ਨਹੀਂ ਰਹੇ ਡੰਡੀ। ਪਹਿਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਪਹਿਲੀ ਪਾਰੀ ਵਿੱਚ ਭਾਰਤ ਵਿੱਚ ਸਵਦੇਸ਼ੀ ਨਿਰਮਾਣ ਤੇ ਜ਼ੋਰ ਦਿੱਤਾ ਸੀ ਡੰਡੀ। ਇਸ ਸੰਬੰਧੀ ਅਨੇਕਾਂ ਯੋਜਨਾਵਾਂ ਵੀ ਬਣਾਈਆਂ ਹਨ ਡੰਡੀ। ਇਸ ਖੇਤਰ ਵਿੱਚ ਕਾਫੀ ਸਫਲਤਾ ਵੀ ਹਾਸਲ ਕੀਤੀ ਹੈ ਪਰ ਹਾਲੇ ਤੱਕ ਬਹੁਤ ਕੁਝ ਕਰਨਾ ਬਾਕੀ ਹੈ ਡੰਡੀ। ਇਸ ਪਿਛੋਕੜ ਵਿੱਚ ਇਸ ਵਰ੍ਹੇ ਅਕਤੂਬਰ ਤੱਕ ਦੋਵਾਂ ਦੇਸ਼ਾਂ ਦਾ ਆਪਸੀ ਵਪਾਰ 100 ਅਰਬ ਡਾਲਰ ਤੋਂ ਵਧੇਰੇ ਦਾ ਹੋਇਆ ਹੈ ਡੰਡੀ। ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਸਾਲ ਇਸੇ ਮਿਆਦ ਦੀ ਤੁਲਨਾ ਵਿੱਚ ਇਹ 22% ਤੋਂ ਵੀ ਵੱਧ ਗਿਆ ਅਤੇ ਇਹ ਵੀ ਕਿ ਭਾਰਤ ਨੇ ਇਸ ਵਪਾਰਕ ਆਦਾਨ ਪ੍ਰਦਾਨ ਵਿੱਚ ਚੀਨ ਕੋਲੋਂ 3 ਗੁਣਾ ਤੋਂ ਵੀ ਵਧੇਰੇ ਮਾਲ ਖਰੀਦਿਆ ਹੈ ਡੰਡੀ। ਇਸ ਨੇ ਚੀਨ ਤੋਂ 78 ਅਰਬ ਡਾਲਰ ਦੇ ਲਗਭਗ ਮਾਲ ਖਰੀਦਿਆ ਹੈ ਅਤੇ ਭਾਰਤ ਨੇ ਚੀਨ ਨੂੰ 24 ਅਰਬ ਡਾਲਰ ਦੀ ਲਗਭਗ ਮਾਲ ਵੇਚਿਆ ਹੈ ਡੰਡੀ। ਆਉਂਦੇ ਸਮੇਂ ਵਿੱਚ ਭਾਰਤ ਇਸ ਮੁਕਾਬਲੇ ਵਿੱਚ ਉਤਰ ਸਕੇਗਾ। ਹਾਲੇ ਇਸ ਬਾਰੇ ਵੱਡੇ ਸ਼ੱਕ ਦੀ ਗੁੰਜਾਇਸ਼ ਹੈ ਕਿਉਂਕਿ ਅੰਦਾਜ਼ਾ ਇਹ ਲਗਾਇਆ ਜਾ ਰਿਹਾ ਹੈ ਕਿ ਸਾਲ 2030 ਤੱਕ ਚੀਨ ਦੁਨੀਆ ਦੀ ਨੰਬਰ 1 ਆਰਥਿਕ ਸ਼ਕਤੀ ਬਣ ਜਾਵੇਗਾ ਅਤੇ ਭਾਰਤ ਨੂੰ ਤੀਜੇ ਦਰਜੇ ਤੇ ਪੁੱਜਣ ਲਈ ਸਾਲ 2050 ਤੱਕ ਦੀ ਉਡੀਕ ਕਰਨੀ ਪਵੇਗੀ ਡੰਡੀ। ਦੂਜੀ ਵਿਸ਼ੇਸ਼ ਗੱਲ ਸਰਹੱਦਾਂ ਨੇ ਹਾਲੇ ਤੱਕ ਸਖਤ ਟਕਰਾਅ ਬਣੇ ਰਹਿਣ ਦੀਆਂ ਖਬਰਾਂ ਮਿਲ ਰਹੀਆਂ ਹਨ ਡੰਡੀ। ਪੂਰਬੀ ਲੱਦਾਖ ਵਿੱਚ ਦੋਵਾਂ ਦੇਸ਼ਾਂ ਨੇ ਆਪਣੀਆਂ ਫੌਜਾਂ ਦੀ ਗਿਣਤੀ ਵਧਾ ਦਿੱਤੀ ਹੈ ਅਤੇ ਵੱਡੀ ਮਾਤਰਾ ਵਿੱਚ ਉੱਥੇ ਹਥਿਆਰ ਪਹੁੰਚਾ ਦਿੱਤੇ ਹਨ ਡੰਡੀ। 18 ਮਹੀਨੇ ਪਹਿਲਾਂ ਗਲਵਾਨ ਘਾਟੀ ਵਿੱਚ ਦੋਵਾਂ ਦੇਸ਼ਾਂ ਦੇ ਫੌਜੀ ਭੀੜੇ ਸਨ ਡੰਡੀ। ਹਥਿਆਰਾਂ ਤੋਂ ਬਗੈਰ ਇਸ ਲੜਾਈ ਵਿੱਚ 20 ਭਾਰਤੀ ਫੌਜੀ ਸ਼ਹੀਦ ਹੋ ਗਏ ਸਨ ਡੰਡੀ। ਇਸ ਤਣਾਅ ਨੂੰ ਘਟਾਉਣ ਲਈ ਹੁਣ ਤੱਕ ਫੌਜੀ ਪੱਧਰ ਦੀਆਂ 13 ਮੀਟਿੰਗਾਂ ਹੋ ਚੁੱਕੀਆਂ ਹਨ ਪਰ ਉਨ੍ਹਾਂ ਚੋਂ ਨਤੀਜਾ ਕੁਝ ਨਹੀਂ ਨਿਕਲਿਆ ਡੰਡੀ। ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ ਛੇਤੀ ਇਸ ਮਸਲੇ ਦੇ ਹੱਲ ਹੋਣ ਦੀ ਆਸ ਦਿਖਾਈ ਨਹੀਂ ਦਿੰਦੀ ਡੰਡੀ। ਚੀਨ ਵੱਲੋਂ ਇੱਥੇ ਕੀਤੇ ਜਾ ਰਹੇ ਫੌਜੀ ਜਮਾਵੜੇ ਦੇ ਪ੍ਰਤੀਕਰਮ ਵਜੋਂ ਭਾਰਤ ਦਾ ਵੀ ਉਸੇ ਤਰ੍ਹਾਂ ਦਾ ਪ੍ਰਤੀਕਰਮ ਸਾਹਮਣੇ ਆ ਰਿਹਾ ਹੈ ਡੰਡੀ। ਇੱਕ ਪਾਸੇ ਵਪਾਰ ਵਿੱਚ ਵਾਧਾ ਅਤੇ ਦੂਜੇ ਪਾਸੇ ਸਰਹੱਦਾਂ ਤੇ ਫੌਜਾਂ ਵਿੱਚ ਵਾਧੇ ਦੀ ਸਮਝ ਆਉਣੀ ਮੁਸ਼ਕਿਲ ਜਾਪਦੀ ਹੈ ਡੰਡੀ। ਤੀਸਰੀ ਵੱਡੀ ਗੱਲ ਚੀਨ ਦੇ ਜਨਰਲ ਸਕੱਤਰ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਵੱਡਾ ਉਭਾਰ ਅਤੇ ਦੇਸ਼ ਤੇ ਉਸ ਦੀ ਪਕੜ ਮਜ਼ਬੂਤ ਹੋਣਾ ਹੈ ਡੰਡੀ। ਸ਼ੀ ਜਿਨਪਿੰਗ ਨੂੰ ਨਵੰਬਰ 2012 ਵਿੱਚ ਕਮਿਊਨਿਸਟ ਪਾਰਟੀ ਆਫ ਚਾਈਨਾ ਦੇ ਕੇਂਦਰੀ ਕਮੇਟੀ ਵੱਲੋਂ ਇਹ ਅਹੁਦੇ ਦਿੱਤੇ ਗਏ ਸਨ ਡੰਡੀ। ਉਸ ਤੋਂ ਬਾਅਦ ਉਹ ਲਗਾਤਾਰ ਆਪਣੇ ਆਪ ਨੂੰ ਮਜ਼ਬੂਤ ਕਰਦਾ ਆਇਆ ਹੈ ਡੰਡੀ। ਪਹਿਰਾ ਪਾਰਟੀ ਦੀ ਸੈਂਟਰਲ ਕਮੇਟੀ ਤੋਂ ਉਸਨੇ ਆਪਣੇ ਆਪ ਨੂੰ ਉਮਰ ਭਰ ਲਈ ਜਨਰਲ ਸਕੱਤਰ ਅਤੇ ਰਾਸ਼ਟਰਪਤੀ ਦੇ ਅਹੁਦਿਆਂ ਤੇ ਬਣੇ ਰਹਿਣ ਦੇ ਐਲਾਨ ਵੀ ਕਰਵਾ
ਲਏ ਹਨ। ਡੰਡੀ ਜੋ ਚੀਨ ਦੇ ਮਾਓ ਜੇ ਤੁੰਗ ਅਤੇ ਡੈਂਗ ਸਿਆਓ ਪਿੰਗ ਦੇ ਮੁਕਾਬਲੇ ਤੇ ਆ ਖੜਾ ਹੋਇਆ ਹੈ। ਡੰਡੀ ਹਾਲੇ ਉਸ ਦੀ ਉਮਰ 68 ਸਾਲ ਹੈ। ਡੰਡੀ ਸਟਾਪ।